वाहिगुरु जी का खालसा वाहिगुरु जी की फतेह। अज असी ਅੰਮ੍ਰਿਤਸਰ विखे जथेदार जगतार सिंह हवारा कमेटी जत्था सिरलत जथेबंदी ਅਤੇ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸਟ ਵਾਰਿਸ ਪੰਜਾਬ ਦੇ ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬੈਠ ਕੇ ਇੱਕ ਇਕੱਤਰਤਾ ਕੀਤੀ ਹੈ, ਜਿਹਦੇ ਵਿੱਚ ਕਿ ਵਿਚਾਰ ਕਰਨ ਉਪਰੰਤ ਇਸ ਗੱਲ 'ਤੇ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੂੰ ਕਿ 18 ਤਰੀਕ ਤੋਂ ਲੈ ਕਰਕੇ ਅੱਜ 21 ਮਾਰਚ ਤੱਕ ਪੁਲਿਸ ਨੇ ਉਹਨਾਂ ਦੇ ਵੇਅਰ ਅਬਾਊਟਸ ਬਾਰੇ ਕੁਝ ਨਹੀਂ ਦੱਸਿਆ, ਹੋਰ ਬਲਕਿ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਫਰਾਰ ਹਨ, ਜੋ ਕਿ ਸਿੱਖ ਜਥੇਬੰਦੀਆਂ ਵਾਸਤੇ, ਦੇਸ਼ ਵਿਦੇਸ਼ ਦੀਆਂ ਸੰਗਤਾਂ ਵਾਸਤੇ ਅਤੇ ਸਿੱਖ ਜਾਗਰੂਕ ਚਿੰਤਕਾਂ ਵਾਸਤੇ ਇਹ ਬਹੁਤ ਵੱਡਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹ ਜਿਹਦੇ ਚਲਦਿਆਂ ਕਿ ਇੱਕ ਖਦਸ਼ਾ ਬਣ ਗਿਆ ਹੈ ਕਿ ਕਿਧਰੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਰੀਰ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਛੇੜਖਾਨੀ ਜਾਂ ਕੋਈ ਨੁਕਸਾਨ ਸਰਕਾਰ ਕਰਨ ਦੇ ਮਨਸੂਬੇ ਤਾਂ ਨਹੀਂ ਕਿਧਰੇ ਬਣਾ ਰਹੀ, ਕਿਉਂਕਿ ਇਹ ਅਸੀਂ ਆਪਣੇ ਪਿਛਲੇ ਜੋ ਦਹਾਕਿਆਂ ਦੇ ਵਿੱਚ ਜੋ ਵਰਤਾਰਾ ਵਰਤਿਆ ਹੈ 1984 ਤੋਂ ਲੈ ਕਰਕੇ ਹੁਣ ਤੱਕ ਜੋ ਵਰਤਾਰਾ ਵਰਤਿਆ ਹੈ ਉਹਦੇ ਮੁਤਾਬਕ ਪੁਲਿਸ ਅਤੇ ਸਰਕਾਰ ਦੇ ਜੋ ਨੀਅਤਾਂ ਨੇ ਉਹ ਇਸ ਪ੍ਰਕਾਰ ਦੀਆਂ ਨੇ ਕਿ ਉਹ ਵਿਅਕਤੀ ਨੂੰ ਫਰਾਰ ਐਲਾਨ ਕਰਨ ਦੇ ਬਾਅਦ ਉਹਦਾ ਸਰੀਰਕ ਤੌਰ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਐਨਕਾਊਂਟਰ ਜਾਂ ਹੋਰ ਕੋਈ ਨੁਕਸਾਨ ਕਰ ਦਿੰਦੀਆਂ ਹਨ। ਸੋ ਅਸੀਂ ਇਸ ਗੱਲ ਦੇ ਬਾਰੇ ਬਹੁਤ ਚਿੰਤਤ ਵੀ ਹਾਂ ਅਤੇ ਸਰਕਾਰ ਨੂੰ ਇਸ ਗੱਲ ਦੇ ਬਾਰੇ ਆਗਾਹ ਕਰ ਰਹੇ ਹਾਂ, ਸੁਚੇਤ ਕਰ ਰਹੇ ਹਾਂ ਔਰ ਚੇਤਾਵਨੀ ਦੇ ਰਹੇ ਹਾਂ ਕਿ ਸਰਕਾਰ ਜਿਹੜੀ ਹੈ ਉਹ ਪਿਛਲੇ ਸਮੇਂ ਤੋਂ ਸਬਕ ਸਿੱਖੇ, ਪੰਜਾਬ ਦੇ ਵਿੱਚ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ। ਉਹ ਭਾਈ ਅੰਮ੍ਰਿਤਪਾਲ ਸਿੰਘ ਜਿੱਥੇ ਕਿਧਰੇ ਵੀ ਹਨ ਉਹਨਾਂ ਦੇ ਬਾਰੇ ਜਿਹੜਾ ਹੈ ਸਰਕਾਰ ਜਨਤਕ ਤੌਰ 'ਤੇ ਐਲਾਨ ਕਰੇ ਕਿ ਉਹ ਇਸ ਵੇਲੇ ਕਿਹਦੀ ਕਸਟਡੀ ਦੇ ਵਿੱਚ ਹੈਗੇ ਹਨ। ਇਹਦੇ ਨਾਲ ਦੇ ਨਾਲ ਅਸੀਂ ਸਾਰੀ ਜਥੇਬੰਦੀਆਂ ਇਸ ਗੱਲ ਦੇ ਉੱਤੇ ਵੀ ਬਹੁਤ ਜ਼ਿਆਦਾ ਚਿੰਤਤ ਹਨ ਕਿ ਸਿੱਖਾਂ ਦੀ ਨੌਜਵਾਨਾਂ ਦੀ ਫੜੋ ਫੜਾਈ ਜਿਹੜੀ ਹੈ ਬਹੁਤ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ। 150 ਤੋਂ ਵੱਧ ਸਿੱਖ ਨੌਜਵਾਨ ਜਿਹੜਾ ਹੈ ਵੱਖ-ਵੱਖ ਝੂਠੇ ਕੇਸਾਂ ਦੇ ਵਿੱਚ ਫਸਾ ਕਰਕੇ ਉਹਨਾਂ ਦੇ ਉੱਤੇ ਕਈ ਪ੍ਰਕਾਰ ਦੇ ਤਸ਼ੱਦਦ ਕੀਤੇ ਜਾ ਰਹੇ ਹਨ ਔਰ ਜੋ ਮਨੁੱਖੀ ਅਧਿਕਾਰਾਂ ਦੀ ਪੂਰਨ ਰੂਪ ਦੇ ਵਿੱਚ ਉਲੰਘਣਾ ਕੀਤੀ ਜਾ ਰਹੀ ਹੈ। ਜੇਕਰ ਮੈਂ ਗੱਲ ਕਰਾਂ ਭਾਰਤ ਦੇ ਰਿਕਾਰਡ ਦੇ ਮੁਤਾਬਕ 2012 ਤੋਂ ਲੈ ਕਰਕੇ 2022 ਤੱਕ ਭਾਰਤ ਪੂਰੇ ਵਿਸ਼ਵ ਦੇ ਵਿੱਚ ਇੱਕ ਐਸਾ ਮੁਲਕ ਹੈ ਜਿੱਥੇ ਕਿ 647 ਵਾਰ ਹੁਣ ਤੱਕ ਇੰਟਰਨੈਟ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ, ਜਿਹਦੇ ਨਾਲ ਕਿ ਲੋਕਾਂ ਦਾ ਆਪਸ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸੰਵਾਦ ਨਹੀਂ ਹੋ ਰਿਹਾ। ਭਾਰਤ ਇਕੱਲਾ ਇੱਕ ਐਸਾ ਮੁਲਕ ਹੈ ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚ ਜਿਹਦੇ ਵਿੱਚ ਕਿ ਇੰਨੀ ਵਾਰੀ 647 ਵਾਰੀ ਇੰਟਰਨੈਟ ਜਿਹੜੇ ਨੇ ਬੈਨ ਕੀਤੇ ਗਏ ਨੇ, ਬੰਦ ਕੀਤੇ ਗਏ ਨੇ। ਸੋ ਇੱਕ ਆਪਣੇ ਆਪ ਦੇ ਵਿੱਚ ਬੜੀ ਸ਼ਰਮਸਾਰ ਜਿਹੀ ਗੱਲ ਹੈਗੀ ਹੈ ਕਿ ਲੋਕਾਂ ਦਾ ਇਹ ਆਪਸ ਦੇ ਵਿੱਚ ਸੰਵਾਦ ਰੋਕ ਦੇਣਾ, ਇਹ ਵੀ ਇੱਕ ਮਨੁੱਖੀ ਅਧਿਕਾਰਾਂ ਦਾ ਘਾਣ ਇੱਥੇ ਪੰਜਾਬ ਦੇ ਵਿੱਚ ਹੋ ਰਿਹਾ ਹੈ। ਅੱਜ ਚੌਥਾ 5ਵਾਂ ਦਿਨ ਹੋ ਚੁੱਕਿਆ ਹੈ ਔਰ ਲੋਕ ਜਿਹੜੇ ਨੇ ਇੰਟਰਨੈਟ ਦੇ ਬੰਦ ਹੋਣ ਕਰਕੇ ਆਪਸ ਵਿੱਚ ਇੱਕ ਦੂਸਰੇ ਨਾਲ ਦੁੱਖ ਸੁੱਖ ਦੀ ਗੱਲ ਵੀ ਜਿਹੜੀ ਹੈ ਉਹ ਸਾਂਝੀ ਨਹੀਂ ਕਰ ਪਾ ਰਹੇ। ਸੋ ਜਿੱਥੇ ਨੌਜਵਾਨਾਂ ਦੀ ਫੜੋ ਫੜਾਈ ਕੀਤੀ ਜਾ ਰਹੀ ਹੈ, ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਝੂਠੇ ਕੇਸਾਂ ਦੇ ਵਿੱਚ ਫਸਾ ਕਰਕੇ ਉਹਨਾਂ ਦੇ ਉੱਤੇ ਤਸ਼ੱਦਦ ਕੀਤੇ ਜਾ ਰਹੇ ਨੇ। ਔਰ ਅਸੀਂ ਸਰਕਾਰ ਨੂੰ ਇਸ ਗੱਲ ਦੇ ਬਾਰੇ ਬਾਰ-ਬਾਰ ਆਗਾਹ ਕਰ ਰਹੇ ਹਾਂ, ਸੁਚੇਤ ਕਰ ਰਹੇ ਹਾਂ ਕਿ ਸਰਕਾਰ ਜਿਹੜਾ ਹੈ ਉਹ ਪੁਰਾਣਾ ਜੋ ਪੰਜਾਬ ਦਾ ਮਾਹੌਲ ਸੀਗਾ ਉਸ ਨੂੰ ਧਿਆਨ 'ਚ ਰੱਖਦੇ ਹੋਏ ਉਹ ਸਰਕਾਰ ਇਸ ਮਾਹੌਲ ਨੂੰ ਹੋਰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ। ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਜਿੱਥੇ ਤੱਕ ਸਵਾਲ ਹੈ ਉਹ ਅੰਮ੍ਰਿਤ ਸੰਚਾਰ ਦੀ ਗੱਲ ਕਰ ਰਹੇ ਸੀਗੇ, ਅੰਮ੍ਰਿਤ ਪ੍ਰਚਾਰ ਦੀ ਗੱਲ ਕਰ ਰਹੇ ਸੀਗੇ ਔਰ ਨੌਜਵਾਨਾਂ ਨੂੰ ਵੱਡੀ ਪੱਧਰ ਦੇ ਉੱਤੇ ਅੰਮ੍ਰਿਤ ਛਕਾ ਕਰਕੇ ਨਸ਼ਿਆਂ ਤੋਂ ਦੂਰ ਕਰਨ ਦੀ ਗੱਲ ਕਰ ਰਹੇ ਸੀਗੇ, ਜਿਹਦੇ ਕਰਕੇ ਪੰਜਾਬ ਦੇ ਵਿੱਚ ਮਾਵਾਂ ਖੁਸ਼ ਸੀਗੀਆਂ, ਭੈਣਾਂ ਖੁਸ਼ ਸੀਗੀਆਂ, ਮਾਤਾ ਪਿਤਾ ਖੁਸ਼ ਸੀਗੇ ਅਤੇ ਉੱਥੇ ਜਿੱਥੇ ਇਸ ਪ੍ਰਕਾਰ ਦਾ ਮਾਹੌਲ ਉਹ ਸਿਰਜ ਰਹੇ ਸੀਗੇ ਉਹ ਪੰਜਾਬ ਦੇ ਵਾਸਤੇ ਇੱਕ ਖੁਸ਼ਹਾਲੀ ਵਾਲਾ ਮਾਹੌਲ ਸੀਗਾ। ਲੇਕਿਨ
ਜਿਹੜੇ ਪੰਥਕ ਦੋਖੀ ਨੇ ਅਤੇ ਜਿਹੜੀ ਸਰਕਾਰਾਂ ਨੇ ਉਹਨਾਂ ਨੂੰ ਅੰਮ੍ਰਿਤ ਛਕਾਉਣਾ ਅਤੇ ਨਸ਼ਿਆਂ ਤੋਂ ਦੂਰ ਕਰਨ ਦੀ ਗੱਲ ਜਿਹੜੀ ਸੀਗੀ ਉਹ ਉਹਨਾਂ ਨੂੰ ਮਾਫਕ ਨਹੀਂ ਆਈ। ਇਸ ਕਰਕੇ ਉਹਨਾਂ ਦੇ ਬਾਰੇ ਇੱਕ ਐਸਾ ਨੈਰੇਟਿਵ ਡਿਵੈਲਪ ਕੀਤਾ ਗਿਆ ਪੂਰੇ ਦੇਸ਼ ਦੇ ਵਿੱਚ ਕਿ ਭਾਈ ਅੰਮ੍ਰਿਤਪਾਲ ਸਿੰਘ ਇੱਕ ਬਹੁਤ ਵੱਡੇ ਖਲਨਾਇਕ ਨੇ। ਹੋਰ ਇੱਕ ਗੱਲ ਸਪਸ਼ਟ ਕਰ ਦਈਏ ਕਿ ਇਸ ਵੇਲੇ ਗੋਦੀ ਮੀਡੀਆ ਜਿਹੜਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਬਹੁਤ ਖੂੰਖਾਰ ਖਲਨਾਇਕ ਦੇ ਰੂਪ ਦੇ ਵਿੱਚ ਪੇਸ਼ ਕਰਕੇ ਸਰਕਾਰ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਦੇ ਉੱਤੇ ਇੱਕ ਟਾਰਗੇਟ ਕਰਕੇ ਵੋਟਾਂ ਨੂੰ ਮੁੱਦਾ ਬਣਾ ਕਰਕੇ ਇੱਕ ਪੋਲਰਾਈਜੇਸ਼ਨ ਕਰਕੇ ਇੱਕ ਵਰਗ ਦੀਆਂ ਵੋਟਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਇਹ ਸਾਰਾ ਕੁਝ ਮਨਸੂਬੇ ਬਣਾ ਰਹੀ ਹੈ। ਉਹ ਗੱਲ ਕਲੀਅਰ ਕਰ ਦਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਕੇਵਲ ਸਾਡੇ ਵਾਸਤੇ ਇਹ ਨਹੀਂ ਹੈਗਾ ਬਲਕਿ ਇਹ ਕੌਮ ਦੇ ਉੱਤੇ ਇੱਕ ਹਮਲਾ ਕੀਤਾ ਗਿਆ ਹੈ। ਸੋ ਇਸੀ ਨੂੰ ਅਸੀਂ ਇੱਕ ਕੌਮੀਅਤ ਦੇ ਉੱਤੇ ਸਾਡੀ ਸਿੱਖ ਕੌਮ ਦੇ ਉੱਤੇ ਇੱਕ ਹਮਲੇ ਦੇ ਰੂਪ ਦੇ ਵਿੱਚ ਅਸੀਂ ਲੈ ਰਹੇ ਹਾਂ। ਸੋ ਇਸ ਬਾਰੇ ਅਸੀਂ ਦੇਸ਼ ਵਿਦੇਸ਼ ਦੀ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਮੁੱਦੇ ਦੇ ਉੱਤੇ ਇਹ ਸਮਝਿਆ ਜਾਵੇ ਕਿ ਸਿੱਖਾਂ ਦੇ ਉੱਤੇ ਇੱਕ ਪ੍ਰਕਾਰ ਦਾ ਹਮਲਾ ਕੀਤਾ ਗਿਆ ਹੈ ਜੋ ਕਿ ਅਸੀਂ ਕਿਸੇ ਵੀ ਰੂਪ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ। ਅੱਜ ਇਸ ਜਥੇਬੰਦੀਆਂ ਨੇ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕਰਕੇ ਇਹ ਪ੍ਰੈਸ ਨੂੰ ਵੀ ਸੰਬੋਧਨ ਕੀਤਾ ਹੈ। ਇਹਨਾਂ ਸ਼ਬਦਾਂ ਦੇ ਨਾਲ ਹੀ ਅਸੀਂ ਮੈਂ ਭਾਈ ਦਿਲਬਾਗ ਸਿੰਘ ਜੀ ਮੇਰੇ ਨਾਲ ਬੈਠੇ ਨੇ, ਬੀਬੀ ਸੰਦੀਪ ਕੌਰ ਜੀ ਬੈਠੇ ਨੇ ਮੇਰੇ ਨਾਲ, ਭਾਈ ਮਹਾਵੀਰ ਸਿੰਘ ਜੀ, ਭਾਈ ਰਘਬੀਰ ਸਿੰਘ ਜੀ ਪੁੱਚਰ ਅਤੇ ਭਾਈ ਹਰਮਨ ਸਿੰਘ ਜੀ, ਅਸੀਂ ਸਾਰੇ ਹੀ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਮੁੱਦੇ ਦੇ ਉੱਤੇ ਆਪਣੀ ਪੰਥਕ ਏਕਤਾ ਦਾ ਅਸੀਂ ਸਬੂਤ ਦਈਏ। ਇਹ ਨਾ ਸੋਚੀਏ ਕਿ ਬਈ ਭਾਈ ਅੰਮ੍ਰਿਤਪਾਲ ਸਿੰਘ ਦੇ ਜਾਣ ਦੇ ਨਾਲ ਭਾਈ ਅੰਮ੍ਰਿਤਪਾਲ ਸਿੰਘ ਦੇ ਫੜੇ ਜਾਣ ਦੇ ਨਾਲ ਜਿਹੜਾ ਹੈ ਸਾਡਾ ਜਿਹੜਾ ਫਰਜ਼ ਖਤਮ ਹੋ ਗਏ, ਲੇਕਿਨ ਨਹੀਂ, ਅਸੀਂ ਕੌਮੀ ਤੌਰ 'ਤੇ ਆਪਣੇ ਫਰਜ਼ਾਂ ਦੀ ਪਹਿਚਾਣ ਕਰਦੇ ਹੋਏ ਕਿਉਂਕਿ ਇਹ ਪੰਜਾਬ ਦੇ ਉੱਤੇ ਸਿੱਖ ਕੌਮ ਦੇ ਉੱਤੇ ਇੱਕ ਪ੍ਰਕਾਰ ਦਾ ਹਮਲਾ ਹੈ, ਇਸ ਕਰਕੇ ਪੰਥਕ ਏਕਤਾ ਦਾ ਅਸੀਂ ਆਓ ਸਾਰੇ ਰਲ ਕੇ ਸਬੂਤ ਦਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਅੰਮ੍ਰਿਤਸਰ ਵਿਖੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਜੱਥਾ ਸਿਰਲਤ ਜਥੇਬੰਦੀ ਅਤੇ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸਟ ਵਾਰਿਸ ਪੰਜਾਬ ਦੇ ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਬੈਠ ਕੇ ਇੱਕ ਇਕੱਤਰਤਾ ਕੀਤੀ ਹੈ ਜਿਹਦੇ ਵਿੱਚ ਕਿ ਵਿਚਾਰ ਕਰਨ ਉਪਰੰਤ ਇਸ ਗੱਲ 'ਤੇ ਚਿੰਤਾ ਪ੍ਰਗਟ ਕੀਤੀ ਗਈ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਨੂੰ ਕਿ 18 ਤਰੀਕ ਤੋਂ ਲੈ ਕਰਕੇ ਅੱਜ 21 ਮਾਰਚ ਤੱਕ ਪੁਲਿਸ ਨੇ ਉਹਨਾਂ ਦੇ ਵੇਅਰ ਅਬਾਊਟਸ ਬਾਰੇ ਕੁਝ ਨਹੀਂ ਦੱਸਿਆ, ਹੋਰ ਬਲਕਿ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਫਰਾਰ ਹਨ, ਜੋ ਕਿ ਸਿੱਖ ਜਥੇਬੰਦੀਆਂ ਵਾਸਤੇ, ਦੇਸ਼ ਵਿਦੇਸ਼ ਦੀਆਂ ਸੰਗਤਾਂ ਵਾਸਤੇ ਅਤੇ ਸਿੱਖ ਜਾਗਰੂਕ ਚਿੰਤਕਾਂ ਵਾਸਤੇ ਇਹ ਬਹੁਤ ਵੱਡਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਹ ਜਿਹਦੇ ਚਲਦਿਆਂ ਕਿ ਇੱਕ ਖਦਸ਼ਾ ਬਣ ਗਿਆ ਹੈ ਕਿ ਕਿਧਰੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਰੀਰ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਛੇੜਖਾਨੀ ਜਾਂ ਕੋਈ ਨੁਕਸਾਨ ਸਰਕਾਰ ਕਰਨ ਦੇ ਮਨਸੂਬੇ ਤਾਂ ਨਹੀਂ ਕਿਧਰੇ ਬਣਾ ਰਹੀ, ਕਿਉਂਕਿ ਇਹ ਅਸੀਂ ਆਪਣੇ ਪਿਛਲੇ ਜੋ ਦਹਾਕਿਆਂ ਦੇ ਵਿੱਚ ਜੋ ਵਰਤਾਰਾ ਵਰਤਿਆ ਹੈ 1984 ਤੋਂ ਲੈ ਕਰਕੇ ਹੁਣ ਤੱਕ ਜੋ ਵਰਤਾਰਾ ਵਰਤਿਆ ਹੈ ਉਹਦੇ ਮੁਤਾਬਕ ਪੁਲਿਸ ਅਤੇ ਸਰਕਾਰ ਦੇ ਜੋ ਨੀਅਤਾਂ ਨੇ ਉਹ ਇਸ ਪ੍ਰਕਾਰ ਦੀਆਂ ਨੇ ਕਿ ਉਹ ਵਿਅਕਤੀ ਨੂੰ ਫਰਾਰ ਐਲਾਨ ਕਰਨ ਦੇ ਬਾਅਦ ਉਹਦਾ ਸਰੀਰਕ ਤੌਰ ਦੇ ਉੱਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੋਈ ਐਨਕਾਊਂਟਰ ਜਾਂ ਹੋਰ ਕੋਈ ਨੁਕਸਾਨ ਕਰ ਦਿੰਦੀਆਂ ਹਨ। ਸੋ ਅਸੀਂ ਇਸ ਗੱਲ ਦੇ ਬਾਰੇ ਬਹੁਤ ਚਿੰਤਤ ਵੀ ਹਾਂ ਅਤੇ ਸਰਕਾਰ ਨੂੰ ਇਸ ਗੱਲ ਦੇ ਬਾਰੇ ਆਗਾਹ ਕਰ ਰਹੇ ਹਾਂ, ਸੁਚੇਤ ਕਰ ਰਹੇ ਹਾਂ ਔਰ ਚੇਤਾਵਨੀ ਦੇ ਰਹੇ ਹਾਂ ਕਿ ਸਰਕਾਰ ਜਿਹੜੀ ਹੈ ਉਹ ਪਿਛਲੇ ਸਮੇਂ ਤੋਂ ਸਬਕ ਸਿੱਖੇ, ਪੰਜਾਬ ਦੇ ਵਿੱਚ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ। ਉਹ ਭਾਈ ਅੰਮ੍ਰਿਤਪਾਲ ਸਿੰਘ ਜਿੱਥੇ ਕਿਧਰੇ ਵੀ ਹਨ ਉਹਨਾਂ ਦੇ ਬਾਰੇ ਜਿਹੜਾ ਹੈ ਸਰਕਾਰ ਜਨਤਕ ਤੌਰ 'ਤੇ ਐਲਾਨ ਕਰੇ ਕਿ ਉਹ ਇਸ ਵੇਲੇ ਕਿਹਦੀ ਕਸਟਡੀ ਦੇ ਵਿੱਚ ਹੈਗੇ ਹਨ। ਇਹਦੇ ਨਾਲ ਦੇ ਨਾਲ ਅਸੀਂ ਸਾਰੀ ਜਥੇਬੰਦੀਆਂ ਇਸ ਗੱਲ ਦੇ ਉੱਤੇ ਵੀ ਬਹੁਤ ਜ਼ਿਆਦਾ ਚਿੰਤਤ ਹਨ ਕਿ ਸਿੱਖਾਂ ਦੀ ਨੌਜਵਾਨਾਂ ਦੀ ਫੜੋ ਫੜਾਈ ਜਿਹੜੀ ਹੈ ਬਹੁਤ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ। 150 ਤੋਂ ਵੱਧ ਸਿੱਖ ਨੌਜਵਾਨ ਜਿਹੜਾ ਹੈ ਵੱਖ-ਵੱਖ ਝੂਠੇ ਕੇਸਾਂ ਦੇ ਵਿੱਚ ਫਸਾ ਕਰਕੇ ਉਹਨਾਂ ਦੇ ਉੱਤੇ
ਕਈ ਪ੍ਰਕਾਰ ਦੇ ਤਸ਼ੱਦਦ ਕੀਤੇ ਜਾ ਰਹੇ ਹਨ ਔਰ ਜੋ ਮਨੁੱਖੀ ਅਧਿਕਾਰਾਂ ਦੀ ਪੂਰਨ ਰੂਪ ਦੇ ਵਿੱਚ ਉਲੰਘਣਾ ਕੀਤੀ ਜਾ ਰਹੀ ਹੈ। ਜੇਕਰ ਮੈਂ ਗੱਲ ਕਰਾਂ ਭਾਰਤ ਦੇ ਰਿਕਾਰਡ ਦੇ ਮੁਤਾਬਕ 2012 ਤੋਂ ਲੈ ਕਰਕੇ 2022 ਤੱਕ ਭਾਰਤ ਪੂਰੇ ਵਿਸ਼ਵ ਦੇ ਵਿੱਚ ਇੱਕ ਐਸਾ ਮੁਲਕ ਹੈ ਜਿੱਥੇ ਕਿ 647 ਵਾਰ ਹੁਣ ਤੱਕ ਇੰਟਰਨੈਟ ਜਿਹੜੇ ਨੇ ਉਹ ਬੰਦ ਕੀਤੇ ਗਏ ਨੇ, ਜਿਹਦੇ ਨਾਲ ਕਿ ਲੋਕਾਂ ਦਾ ਆਪਸ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸੰਵਾਦ ਨਹੀਂ ਹੋ ਰਿਹਾ। ਭਾਰਤ ਇਕੱਲਾ ਇੱਕ ਐਸਾ ਮੁਲਕ ਹੈ ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚ ਜਿਹਦੇ ਵਿੱਚ ਕਿ ਇੰਨੀ ਵਾਰੀ 647 ਵਾਰੀ ਇੰਟਰਨੈਟ ਜਿਹੜੇ ਨੇ ਬੈਨ ਕੀਤੇ ਗਏ ਨੇ, ਬੰਦ ਕੀਤੇ ਗਏ ਨੇ। ਸੋ ਇੱਕ ਆਪਣੇ ਆਪ ਦੇ ਵਿੱਚ ਬੜੀ ਸ਼ਰਮਸਾਰ ਜਿਹੀ ਗੱਲ ਹੈਗੀ ਹੈ ਕਿ ਲੋਕਾਂ ਦਾ ਆਪਸ ਦੇ ਵਿੱਚ ਸੰਵਾਦ ਰੋਕ ਦੇਣਾ, ਇਹ ਵੀ ਇੱਕ ਮਨੁੱਖੀ ਅਧਿਕਾਰਾਂ ਦਾ ਘਾਣ ਇੱਥੇ ਪੰਜਾਬ ਦੇ ਵਿੱਚ ਹੋ ਰਿਹਾ ਹੈ। ਅੱਜ ਚੌਥਾ ਪੰਜਵਾਂ ਦਿਨ ਹੋ ਚੁੱਕਿਆ ਹੈ ਔਰ ਲੋਕੀ ਜਿਹੜੇ ਨੇ ਇੰਟਰਨੈਟ ਦੇ ਬੰਦ ਹੋਣ ਕਰਕੇ ਆਪਸ ਵਿੱਚ ਇੱਕ ਦੂਸਰੇ ਨਾਲ ਦੁੱਖ ਸੁੱਖ ਦੀ ਗੱਲ ਵੀ ਜਿਹੜੀ ਹੈ ਉਹ ਸਾਂਝੀ ਨਹੀਂ ਕਰ ਪਾ ਰਹੇ। ਸੋ ਜਿੱਥੇ ਨੌਜਵਾਨਾਂ ਦੀ ਫੜੋ ਫੜਾਈ ਕੀਤੀ ਜਾ ਰਹੀ ਹੈ, ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਝੂਠੇ ਕੇਸਾਂ ਦੇ ਵਿੱਚ ਫਸਾ ਕਰਕੇ ਉਹਨਾਂ ਦੇ ਉੱਤੇ ਤਸ਼ੱਦਦ ਕੀਤੇ ਜਾ ਰਹੇ ਨੇ। ਔਰ ਅਸੀਂ ਸਰਕਾਰ ਨੂੰ ਇਸ ਗੱਲ ਦੇ ਬਾਰੇ ਬਾਰ-ਬਾਰ ਆਗਾਹ ਕਰ ਰਹੇ ਹਾਂ, ਸੁਚੇਤ ਕਰ ਰਹੇ ਹਾਂ ਕਿ ਸਰਕਾਰ ਜਿਹੜਾ ਹੈ ਉਹ ਪੁਰਾਣਾ ਜੋ ਪੰਜਾਬ ਦਾ ਮਾਹੌਲ ਸੀਗਾ ਉਸ ਨੂੰ ਧਿਆਨ 'ਚ ਰੱਖਦੇ ਹੋਏ ਉਹ ਸਰਕਾਰ ਇਸ ਮਾਹੌਲ ਨੂੰ ਹੋਰ ਖਰਾਬ ਕਰਨ ਦੀ ਕੋਸ਼ਿਸ਼ ਨਾ ਕਰੇ। ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਜਿੱਥੇ ਤੱਕ ਸਵਾਲ ਹੈ ਉਹ ਅੰਮ੍ਰਿਤ ਸੰਚਾਰ ਦੀ ਗੱਲ ਕਰ ਰਹੇ ਸੀਗੇ, ਅੰਮ੍ਰਿਤ ਪ੍ਰਚਾਰ ਦੀ ਗੱਲ ਕਰ ਰਹੇ ਸੀਗੇ ਔਰ ਨੌਜਵਾਨਾਂ ਨੂੰ ਵੱਡੀ ਪੱਧਰ ਦੇ ਉੱਤੇ ਅੰਮ੍ਰਿਤ ਛਕਾ ਕਰਕੇ ਨਸ਼ਿਆਂ ਤੋਂ ਦੂਰ ਕਰਨ ਦੀ ਗੱਲ ਕਰ ਰਹੇ ਸੀਗੇ, ਜਿਹਦੇ ਕਰਕੇ ਪੰਜਾਬ ਦੇ ਵਿੱਚ ਮਾਵਾਂ ਖੁਸ਼ ਸੀਗੀਆਂ, ਭੈਣਾਂ ਖੁਸ਼ ਸੀਗੀਆਂ, ਮਾਤਾ ਪਿਤਾ ਖੁਸ਼ ਸੀਗੇ ਅਤੇ ਉੱਥੇ ਜਿੱਥੇ ਇਸ ਪ੍ਰਕਾਰ ਦਾ ਮਾਹੌਲ ਉਹ ਸਿਰਜ ਰਹੇ ਸੀਗੇ ਉਹ ਪੰਜਾਬ ਦੇ ਵਾਸਤੇ ਇੱਕ ਖੁਸ਼ਹਾਲੀ ਵਾਲਾ ਮਾਹੌਲ ਸੀਗਾ। ਲੇਕਿਨ ਜਿਹੜੇ ਪੰਥਕ ਦੋਖੀ ਨੇ ਅਤੇ ਜਿਹੜੀ ਸਰਕਾਰਾਂ ਨੇ ਉਹਨਾਂ ਨੂੰ ਅੰਮ੍ਰਿਤ ਛਕਾਉਣਾ ਅਤੇ ਨਸ਼ਿਆਂ ਤੋਂ ਦੂਰ ਕਰਨ ਦੀ ਗੱਲ ਜਿਹੜੀ ਸੀਗੀ ਉਹ ਉਹਨਾਂ ਨੂੰ ਮਾਫਕ ਨਹੀਂ ਆਈ। ਇਸ ਕਰਕੇ ਉਹਨਾਂ ਦੇ ਬਾਰੇ ਇੱਕ ਐਸਾ ਨੈਰੇਟਿਵ ਡਿਵੈਲਪ ਕੀਤਾ ਗਿਆ ਪੂਰੇ ਦੇਸ਼ ਦੇ ਵਿੱਚ ਕਿ ਭਾਈ ਅੰਮ੍ਰਿਤਪਾਲ ਸਿੰਘ ਇੱਕ ਬਹੁਤ ਵੱਡੇ ਖਲਨਾਇਕ ਨੇ। ਹੋਰ ਇੱਕ ਗੱਲ ਸਪਸ਼ਟ ਕਰ ਦਈਏ ਕਿ ਇਸ ਵੇਲੇ ਗੋਦੀ ਮੀਡੀਆ ਜਿਹੜਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਬਹੁਤ ਖੂੰਖਾਰ ਖਲਨਾਇਕ ਦੇ ਰੂਪ ਦੇ ਵਿੱਚ ਪੇਸ਼ ਕਰਕੇ ਸਰਕਾਰ ਜਿਹੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਦੇ ਉੱਤੇ ਇੱਕ ਟਾਰਗੇਟ ਕਰਕੇ, ਵੋਟਾਂ ਨੂੰ ਮੁੱਦਾ ਬਣਾ ਕਰਕੇ, ਇੱਕ ਪੋਲਰਾਈਜੇਸ਼ਨ ਕਰਕੇ, ਇੱਕ ਵਰਗ ਦੀਆਂ ਵੋਟਾਂ ਨੂੰ ਆਪਣੇ ਨਾਲ ਜੋੜਨ ਵਾਸਤੇ ਇਹ ਸਾਰਾ ਕੁਝ ਮਨਸੂਬੇ ਬਣਾ ਰਹੀ ਹੈ। ਉਹ ਗੱਲ ਕਲੀਅਰ ਕਰ ਦਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਕੇਵਲ ਸਾਡੇ ਵਾਸਤੇ ਇਹ ਨਹੀਂ ਹੈਗਾ ਬਲਕਿ ਇਹ ਕੌਮ ਦੇ ਉੱਤੇ ਇੱਕ ਹਮਲਾ ਕੀਤਾ ਗਿਆ ਹੈ। ਸੋ ਇਸ ਨੂੰ ਅਸੀਂ ਇੱਕ ਕੌਮੀਅਤ ਦੇ ਉੱਤੇ, ਸਾਡੀ ਸਿੱਖ ਕੌਮ ਦੇ ਉੱਤੇ ਇੱਕ ਹਮਲੇ ਦੇ ਰੂਪ ਦੇ ਵਿੱਚ ਅਸੀਂ ਲੈ ਰਹੇ ਹਾਂ। ਸੋ ਇਸ ਬਾਰੇ ਅਸੀਂ ਦੇਸ਼ ਵਿਦੇਸ਼ ਦੀ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਮੁੱਦੇ ਦੇ ਉੱਤੇ ਇਹ ਸਮਝਿਆ ਜਾਵੇ ਕਿ ਸਿੱਖਾਂ ਦੇ ਉੱਤੇ ਇੱਕ ਪ੍ਰਕਾਰ ਦਾ ਹਮਲਾ ਕੀਤਾ ਗਿਆ ਹੈ ਜੋ ਕਿ ਅਸੀਂ ਕਿਸੇ ਵੀ ਰੂਪ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ। ਅੱਜ ਇਸ ਜਥੇਬੰਦੀਆਂ ਨੇ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਕਰਕੇ ਇਹ ਪ੍ਰੈਸ ਨੂੰ ਵੀ ਸੰਬੋਧਨ ਕੀਤਾ ਹੈ। ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਭਾਈ ਦਿਲਬਾਗ ਸਿੰਘ ਜੀ ਮੇਰੇ ਨਾਲ ਬੈਠੇ ਨੇ, ਬੀਬੀ ਸੰਦੀਪ ਕੌਰ ਜੀ ਬੈਠੇ ਨੇ ਮੇਰੇ ਨਾਲ, ਭਾਈ ਮਹਾਵੀਰ ਸਿੰਘ ਜੀ, ਭਾਈ ਰਘਬੀਰ ਸਿੰਘ ਜੀ ਪੁੱਚਰ ਅਤੇ ਭਾਈ ਹਰਮਨ ਸਿੰਘ ਜੀ, ਅਸੀਂ ਸਾਰੇ ਹੀ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਮੁੱਦੇ ਦੇ ਉੱਤੇ ਆਪਣੀ ਪੰਥਕ ਏਕਤਾ ਦਾ ਅਸੀਂ ਸਬੂਤ ਦਈਏ। ਇਹ ਨਾ ਸੋਚੀਏ ਕਿ ਬਈ ਭਾਈ ਅੰਮ੍ਰਿਤਪਾਲ ਸਿੰਘ ਦੇ ਜਾਣ ਦੇ ਨਾਲ, ਭਾਈ ਅੰਮ੍ਰਿਤਪਾਲ ਸਿੰਘ ਦੇ ਫੜੇ ਜਾਣ ਦੇ ਨਾਲ ਜਿਹੜਾ ਹੈ ਸਾਡਾ ਜਿਹੜਾ ਫਰਜ਼ ਖਤਮ ਹੋ ਗਏ। ਲੇਕਿਨ ਨਹੀਂ, ਅਸੀਂ ਕੌਮੀ ਤੌਰ 'ਤੇ ਆਪਣੇ ਫਰਜ਼ਾਂ ਦੀ ਪਹਿਚਾਣ ਕਰਦੇ ਹੋਏ, ਕਿਉਂਕਿ ਇਹ ਪੰਜਾਬ ਦੇ ਉੱਤੇ, ਸਿੱਖ ਕੌਮ ਦੇ ਉੱਤੇ ਇੱਕ ਪ੍ਰਕਾਰ ਦਾ ਹਮਲਾ ਹੈ, ਇਸ ਕਰਕੇ ਪੰਥਕ ਏਕਤਾ ਦਾ ਅਸੀਂ ਆਓ ਸਾਰੇ ਰਲ ਕੇ ਸਬੂਤ ਦਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।